ਤੇ ਮੈਂ ਬੜਾ ਸ਼ਰਮਿੰਦਾ ਜਿਹਾ ਵੀ ਹੋਇਆ ਕਿ ਵਿਸਾਖੀਆਂ ਪੜ੍ਹੀਆਂ ਤੇ ਔਰ ਇਹ ਗੱਲ ਮੈਨੂੰ ਯਾਦ ਆਈ ਇਸ ਤਰ੍ਹਾਂ ਕਿ ਮੈਂ ਮੁਮਤਾਜ਼ ਮੁਫਤੀ ਸਾਹਿਬ ਕੋਲ ਬੈਠਿਆ ਸਾਂ 1989 ਦੀ ਗੱਲ ਜੇ G6 ਉਹਨਾਂ ਦਾ ਘਰ ਸੀ। ਉਸ ਵੇਲੇ ਬਜ਼ੁਰਗ ਹੋ ਗਏ ਸਨ, ਬਿਮਾਰ ਸਨ, ਬਿਸਤਰ 'ਤੇ ਰਹਿੰਦੇ ਸਨ ਅਤੇ ਮੈਂ ਅਤੇ ਮੇਰੇ ਦੋਸਤ ਡਾਕਟਰ ਹਬੀਬੁਰ ਰਹਿਮਾਨ ਉਦੋਂ ਇੱਥੇ ਪੜ੍ਹਦਾ ਸੀ H9 ਕਾਲਜ ਵਿੱਚ ਫਸਟ ਈਅਰ ਸੈਕੰਡ ਈਅਰ ਵਿੱਚ ਅਤੇ ਸਾਨੂੰ ਸ਼ੌਕ ਹੁੰਦਾ ਸੀ ਸ਼ਾਇਦ ਬੇਇੱਜ਼ਤ ਹੋਣ ਦਾ ਕਿ ਅਸੀਂ ਆਪਣੀ ਗਜ਼ਲਾਂ ਨਜ਼ਮਾਂ ਕਦੀ ਅਖਬਾਰਾਂ ਦੇ ਦਫ਼ਤਰ ਹੀ ਲੈ ਜਾਣਾ, ਨਵਾਏ ਵਕਤ ਦੇ ਸਦਰ ਚਲੇ ਜਾਣਾ। ਇੱਥੇ ਇੱਕ ਅਖਬਾਰ ਪਿੰਡੀ 'ਚ ਹੁੰਦਾ ਸੀ ਮਰ ਰੋਡ 'ਤੇ ਹੈਦਰ, ਅਸੀਂ ਉੱਥੇ ਚਲੇ ਜਾਂਦੇ ਸਾਂ। ਫਿਰ ਜੰਗ ਦੇ ਦਫ਼ਤਰ ਮਰੀ ਰੋਡ ਚਲੇ ਜਾਣਾ, ਉੱਥੇ ਫਾਰੂਕ ਆਜ਼ਮ ਸਾਹਿਬ ਬੈਠੇ ਹੁੰਦੇ ਸਨ, ਅਫਜ਼ਲ ਮਿਨਾਜ ਸਾਹਿਬ ਹੁੰਦੇ ਸਨ ਔਰ ਫਾਰੂਕ ਅਕਦਸ ਹੁੰਦੇ ਸਨ। ਉਦੋਂ ਉਹ ਕੌਮੀ ਅਸੈਂਬਲੀ ਦੀ ਰਿਪੋਰਟਿੰਗ ਕਰਦੇ ਹੁੰਦੇ ਸਨ ਅਤੇ ਉਹ ਬੜਾ ਸਮਾਰਟ ਜਿਹਾ ਬੰਦਾ ਗੁੱਡ ਲੁੱਕ ਅਤੇ ਉਹ ਹੁੰਦਾ ਸੀ। ਲੇਕਿਨ ਕੋਈ ਸਾਨੂੰ ਲਫਟਾਉਂਦਾ ਹੀ ਨਹੀਂ ਸੀ। ਅਸੀਂ ਜਾ ਕੇ ਆਪਣੀ ਚੀਜ਼ ਦੇ ਆਣੀ, ਹਾਂ ਜੀ ਦੇਖेंगे ਸ਼ਾਇਆ ਹੋਗੀ ਕਿ ਨਹੀਂ, ਆ ਜਾਂਦੇ ਸਾਂ ਅੰਦਰੋਂ। ਕਿਉਂਕਿ ਤੁਹਾਨੂੰ ਪਤਾ ਫਨਕਾਰ ਹਸਾਸ ਹੁੰਦਾ, ਹਰਟ ਹੋ ਜਾਂਦਾ ਜਲਦੀ, ਚਿਹਰਾ ਪੜ੍ਹ ਲੈਂਦਾ। ਉਹ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਇੰਨਾ ਨਹੀਂ ਛਾਪਣਾ ਬਾਈ। ਸ਼ਮੀਮ ਕਰਾਮੁੱਲਾ ਹੁੰਦੀਆਂ ਸਨ ਉੱਥੇ ਮਸ਼ਰਕ ਦੀ ਅਦਬੀ ਇੰਚਾਰਜ, ਉਹਨਾਂ ਕੋਲ ਵੀ ਜਾਈਦਾ ਸੀ ਲੇਕਿਨ ਕੋਈ ਉਹ ਨਹੀਂ ਸੀ। ਔਰ ਮੈਂ ਅਕਸਰ ਦੋਸਤ ਨੂੰ ਕਹਿੰਦਾ ਸਾਂ ਕਿ ਨਹੀਂ ਇਹ ਆਪਣੀ ਸਾਨੂੰ ਖੁਆਰੀ ਆਪਣੇ ਇੱਕ ਟਾਈਮ ਤੱਕ ਖੁਆਰੀ ਸਾਨੂੰ ਕੱਟਣੀ ਪਏਗੀ ਆਪਣੇ ਹਿੱਸੇ ਦੀ, ਐਵੇਂ ਬੰਦਾ ਨਹੀਂ ਕੋਈ ਬਣਦਾ। ਅਤੇ ਉਹ ਚਲਦੇ ਨਾ ਅਤੇ ਫਿਰ ਹੁਣ ਮੈਂ ਤੁਹਾਨੂੰ ਦੱਸ ਰਿਹਾ ਸਾਂ ਆਪਣੇ ਮੁਮਤਾਜ਼ ਮੁਫਤੀ ਸਾਹਿਬ, ਉਹਨਾਂ ਦੇ ਘਰ ਬੜਾ ਖੂਬਸੂਰਤ ਮਾਹੌਲ ਹੋਣਾ ਔਰ ਉਹ ਆਪ ਬਿਸਤਰ 'ਤੇ ਹੁੰਦੇ ਸਨ ਔਰ ਇੱਕ ਉਹ ਦੁਆਬੇ ਦੀ ਬੋਲੀ ਬੋਲਦੇ ਸਨ ਇੱਦਾਂ ਉੱਦਾਂ ਕਰਕੇ ਨਾ, ਉਹਨਾਂ ਦਾ ਜਿਹੜਾ ਸੀ ਆਮ ਬੋਲ ਚਾਲ। ਅਤੇ ਇਹ ਤੂੰ ਫੜ ਲੈ ਇੱਦਾਂ ਕਰ ਲੈ ਹੈ ਕਾਕਾ ਕੀ ਕਰ ਰਿਹਾ, ਇਸ ਤਰ੍ਹਾਂ ਦੀ ਉਹਨਾਂ ਦੀ ਬੋਲਣ ਦਾ ਤਰੀਕਾ ਸੀ ਆਪ। ਚੂँਕਿ ਸ਼ੁਰੂ 'ਚੋਂ ਸਕੂਲ ਟੀਚਰ ਸਨ ਮਸ਼ਰਕੀ ਪੰਜਾਬ ਵਿੱਚ ਰਾਈਟਰ ਬਣਨੇ ਤੋਂ ਪਹਿਲੇ। ਔਰ ਦੂਸਰੀ ਉਹਨਾਂ ਦੇ ਘਰ ਜਿਸਲੇ ਅਸੀਂ ਜਾਣਾ ਸ਼ੁਰੂ ਕੀਤਾ ਅਤੇ ਮੈਂ ਇਸ ਵਜ੍ਹਾ ਤੋਂ ਗਿਆ, ਤੁਹਾਨੂੰ ਮਜ਼ੇ ਦੀ ਗੱਲ ਦੱਸਣੀ ਸੀ ਕਿ ਮੇਰਾ ਪਹਿਲਾ ਇਸ਼ਕ ਸੀ ਜਿਹੜਾ ਉਹ ਤਾਂ ਹਵਾਲਾ ਬਣਿਆ ਉਹਨਾਂ ਦੇ ਘਰ ਜਾਣਾ ਮੇਰਾ। ਅਤੇ ਮੈਂ ਉਹਨਾਂ ਨੂੰ ਕੋਲ ਹਾਜ਼ਰ ਹੋਇਆ ਅਤੇ ਮੈਂ ਕਿਹਾ ਜੀ ਕਿ ਮੈਨੂੰ ਦੇਖਿਆ ਨੇ, ਮੈਂ ਵਿਸਾਖੀਆਂ 'ਤੇ ਸਾਂ, ਮੇਰੇ ਨਾਲ ਦੋਸਤ ਸੀ, ਕਹਿੰਦੇ ਨੇ ਕੌਣ ਹੈ ਕਾਕਾ, ਕਿੱਧਰੋਂ ਆਇਆ? ਮੈਂ ਕਿਹਾ ਜੀ ਮੈਂ ਕੁੰਜਾ ਗੁਜਰਾਤ ਦਾ ਵਾਂ। ਅੱਛਾ, ਬੜੇ ਚੌਂਕੇ ਜ਼ਿਲ੍ਹੇ ਕੁੰਜਾ ਦਾ ਮੈਂ ਨਾਂ ਲਿਆ ਨਾ, ਚੂँਕਿ ਸਾਡਾ ਗੁਜਰਾਤ ਅਤੇ ਕੁੰਜਾ ਦਾ ਪਿੰਡ ਸ਼ਰੀਫ ਕੁੰਜਾਈ ਦੇ ਹਵਾਲੇ ਨਾਲ, ਗਨੀਮਤ ਕੁੰਜਾਈ ਦੇ ਹਵਾਲੇ ਨਾਲ, ਰੂਹੀ ਕੁੰਜਾਈ ਦੇ ਹਵਾਲੇ ਨਾਲ ਇੱਕ ਬੜਾ ਅਦਬੀ ਔਰ ਉੱਥੇ ਦਾ ਇੱਕ ਬੜਾ ਰਚਾਓ ਹੈ ਗੁਜਰਾਤ ਦੇ ਗਿਰਦੋ ਨਵਾ ਔਰ ਇਹ ਸਾਰਾ। ਅਤੇ ਜਿਸਲੇ ਮੈਂ ਦੱਸਿਆ ਮੈਂ ਕਿਹਾ ਜੀ ਮੈਂ ਅਮੀਨ ਕੁੰਜਾਈ ਗੁਜਰਾਤ ਦਾ। ਅੱਛਾ ਆ ਜਾ ਬਹਿ ਜਾ, ਅਤੇ ਇੱਥੇ ਕਿਉਂ ਆਇਆ? ਮੈਂ ਕਿਹਾ ਜੀ ਉਹ ਇੱਕ ਬੀਬੀ ਹੈ ਅਤੇ ਉਹਦੇ ਨਾਲ ਮੇਰੀ ਦੋਸਤੀ ਹੋਈ ਹੈ ਅਤੇ ਉਹ ਕਹਿੰਦੀ ਹੈ ਕਿ ਮੁਮਤਾਜ਼ ਮੁਫਤੀ ਮੇਰੇ ਜਿਹੜੇ ਨੇ ਰੂਹਾਨੀ ਉਸਤਾਦ ਨੇ ਅਤੇ ਉਹਨਾਂ ਕੋਲੋਂ ਪੁੱਛ ਕੇ ਆ, ਅਤੇ ਮੈਂ ਵੀ ਫਿਰ ਉਹਨਾਂ ਕੋਲ ਆਵਾਂਗੀ ਅਤੇ ਇਜਾਜ਼ਤ ਲੈ ਕੇ। ਅਤੇ ਹੱਸੇ ਬੜਾ, ਕਹਿੰਦੇ ਨੇ ਯਾਰ ਉਹ ਬੰਦੇ ਬੈਠੇ ਸਨ, 2-3 ਹੋਰ ਬੀਬੀਆਂ ਵੀ ਬੈਠੀਆਂ, ਆਵਾਜ਼ ਮਾਰੀ, ਸ਼ਹਾਬਾ ਗਿਲਾਨੀ ਉਹਨਾਂ ਕੋਲ ਆਉਂਦੀ ਸੀ ਬੀਬੀ, ਉਸ ਲਈ ਕਾਇਦਨ ਯੂਨੀਵਰਸਿਟੀ 'ਚੋਂ ਪੜ੍ਹਦੀ ਸੀ ਖਾਤੂਨ, ਅਤੇ ਉਹਨੂੰ ਆਵਾਜ਼ ਮਾਰੀ, ਸ਼ਹਾਬਾ ਵੇਖ ਇੱਕ ਹੋਰ ਆਏ ਆਸ਼ਕ, ਕਿ ਵਿਸਾਖੀਆਂ ਪੜ੍ਹੀਆਂ ਅਤੇ ਲੇਕਿਨ ਬੜਾ ਪਿਆਰ ਕੀਤਾ। ਫਿਰ ਉੱਥੇ ਹੋਰ ਉਹਨਾਂ ਕੋਲ ਬੜੇ ਇੰਟਲੈਕਚੁਅਲ ਲੋਕ ਆ ਕੇ ਬਹਿੰਦੇ ਸਨ। ਅਕਸੀ ਮੁਫਤੀ ਉਹਨਾਂ ਦਾ ਬੇਟਾ ਮਸੂਦ ਕੁਰੈਸ਼ੀ ਸਾਹਿਬ, ਔਰ ਉਸ ਤੋਂ ਬਾਅਦ ਅਸ਼ਫਾਕ ਅਹਿਮਦ ਸਾਹਿਬ ਨਾਲ ਮੈਂ ਉੱਥੇ ਮਿਲਿਆ, ਬਾਬਾ ਜੀ ਨਾਲ, ਬਾਨੋ ਕੁਸਿਆ ਮਾਂ ਜੀ ਨਾਲ ਮੈਂ ਉਹਨਾਂ ਨਾਲ ਮਿਲਿਆ ਉੱਥੇ, ਔਰ ਫਿਰ ਉਹਨਾਂ ਨਾਲ ਮੇਰੀ ਮੁਹੱਬਤ ਗਾੜੀ ਹੁੰਦੀ ਚਲੀ ਗਈ। ਸ਼ਹਾਬ ਸਾਹਿਬ ਨਾਲ ਨਹੀਂ ਮੈਂ ਮਿਲ ਸਕਿਆ, ਲੇਕਿਨ ਸ਼ਹਾਬ ਸਾਹਿਬ ਦੇ ਨਾਲ ਤਾਲੁਕ ਇਸ ਤਰ੍ਹਾਂ ਬਣਿਆ ਕਿ ਮੇਰੀਆਂ ਤਸਵੀਰਾਂ ਨੇ ਮੇਰੇ ਤਾਇਆ ਜੀ ਦੀਆਂ, ਸ਼ਹਾਬ ਸਾਹਿਬ ਅਤੇ ਮੇਰੇ ਤਾਇਆ ਜੀ ਫਾਰਨ ਆਫਿਸ ਵਿੱਚ ਇਕੱਠੇ ਹੁੰਦੇ ਸਨ, ਔਰ ਮੇਰੇ ਵੱਡੇ ਤਾਇਆ ਜੀ ਜਿਹੜੇ ਸਨ ਉਹ ਬ੍ਰਿਗੇਡੀਅਰ ਡਾਕਟਰ ਸਰਵਰ ਗੌਰੀ, ਫਿਜ਼ੀਸ਼ੀਅਨ ਟੂ ਦੀ ਪ੍ਰੈਜ਼ੀਡੈਂਟ ਅਯੂਬ ਖਾਨ ਇਨ 60s। ਉਹਨਾਂ ਦੇ ਛੋਟੇ ਭਾਈ ਅਨਵਰ ਗੌਰੀ ਜਿਹੜੇ ਮੇਰੇ ਸਨ, ਉਹ ਸ਼ਹਾਬ ਸਾਹਿਬ ਨਾਲ ਫਾਰਨ ਸਰਵਿਸ
ਰਹੇ ਇਕੱਠੇ। ਸ਼ਾਹਬ ਸਾਹਿਬ ਸੀਨੀਅਰ ਸਨ, ਇਹ ਜੂਨੀਅਰ ਸਨ। ਅਤੇ ਉਹ ਉਹਨਾਂ ਦੇ ਨਾਲ ਫਿਰ ਉਹਨਾਂ ਦੇ ਬੇਟੇ ਸਾਕਬ ਦੀ ਜਦੋਂ ਪੈਦਾਇਸ਼ ਹੋਈ, ਸਾਨੂੰ ਪਤਾ ਸੀ ਕਿ ਜੀ ਸਾਕਬ ਪੈਦਾ ਹੋਇਆ ਇਫਤ ਦੇ ਘਰ, ਡਾਕਟਰ ਇਫਤ ਜਿਹੜੀ ਉਹਨਾਂ ਦੀ ਬੇਗਮ ਸਨ ਸ਼ਾਹਬ ਸਾਹਿਬ ਦੀ, ਲੰਡਨ ਵਿੱਚ ਉਦੋਂ ਪੈਦਾ ਹੋਇਆ। ਅਤੇ ਬੜੇ ਅਸੀਂ ਹੈਰਾਨ ਹੋਏ ਗਏ ਜੀ, ਵਾਹ ਬਾਈ। ਅਤੇ ਫਿਰ ਮੈਂ ਸ਼ਾਹਬ ਸਾਹਿਬ ਦਾ ਦੱਸਿਆ ਆਪਣੇ ਮੁਫਤੀ ਸਾਹਿਬ ਨੂੰ, ਫਿਰ ਮੁਫਤੀ ਸਾਹਿਬ ਸ਼ਫਾਕ ਸਾਹਿਬ ਨਾਲ ਫਿਰ ਦੱਸਿਆ, ਉੱਥੋਂ ਮੈਨੂੰ ਪਿਆਰ ਹੋਇਆ ਉਹਨਾਂ ਨਾਲ। ਫਿਰ ਮੈਂ ਲਾਹੌਰ ਜਾਣ ਲੱਗ ਪਿਆ, ਦਾਸਤਾਨ ਸਰਾਏ। ਉੱਥੇ ਸਾਡਾ ਠਰਕ ਬੜਾ 121 ਸੀ ਦਾਸਤਾਨ ਸਰਾਏ, ਮਾਂ ਜੀ ਨਾਲ ਬਹਿਣਾ। ਮਾਂ ਸ਼ਫਾਕ ਸਾਹਿਬ ਦਾ ਜ਼ਰਾ ਥੋੜ੍ਹਾ ਸੀ ਕਿ ਉਹਨਾਂ ਦੀ ਪਰਸਨੈਲਿਟੀ ਐਸੀ ਸੀ ਕਿ ਉਹ ਜਿਸ ਤਰ੍ਹਾਂ ਮੁਫਤੀ ਸਾਹਿਬ ਨੇ ਲਿਖਿਆ ਨਾ ਅਲਖ ਨਗਰੀ 'ਚ ਉਹਨਾਂ ਦੇ ਬਾਰੇ 'ਚ ਕਿ ਅਸ਼ਫਾਕ ਮਜਮਾ ਲਾਣੇ ਵਾਲਾ ਸੀ। ਅਗਰ ਅਸ਼ਫਾਕ ਰਾਈਟਰ ਨਾ ਹੁੰਦਾ ਜਾਂ ਰੇਡੀਓ ਬ੍ਰੌਡਕਾਸਟਰ ਨਾ ਹੁੰਦਾ ਤਾਂ ਮਜਮਾ ਲਾਣੇ ਵਾਲਾ ਹੁੰਦਾ ਹੈ। ਔਰ ਉਹੀ ਸੀ ਉਹਨਾਂ ਦੇ ਇੱਕ, ਉਹ ਆਪਣੇ ਆਪ ਨੂੰ ਨੁਮਾਇਆਂ ਕਰਨਾ ਚਾਹੁੰਦੇ ਸਨ ਹਰ ਜਗ੍ਹਾ। ਅਤੇ ਅਸੀਂ ਜਾਣਦੇ ਸਾਂ, ਸਾਨੂੰ ਥੋੜ੍ਹਾ ਉਸ ਤਰ੍ਹਾਂ ਟਾਈਮ ਨਹੀਂ ਦਿੰਦੇ ਸਨ, ਮਾਂ ਜੀ ਬੜਾ ਦਿੰਦੇ ਸਨ ਬਾਨੋ ਕੁਛ